ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਨੂੰ ਬੰਬ ਨਾਲ ਅੜਾਉਣ ਦੀ ਧਮਕੀ। ਜਸਟਿਨ ਟਰੂਡੋ ਨੇ ਕੋਵਿਡ-19 ਸੰਬੰਧੀ ਪਾਬੰਦੀਆਂ ਦੇ ਹੱਕ ਵਿੱਚ ਆਪਣਾ ਸਟੈਂਡ ਕੀਤਾ ਸਪਸ਼ਟ। ਕੋਵਿਡ-19 ਪਾਬੰਦੀਆਂ ਖਿਲਾਫ ਪ੍ਰਦਰਸ਼ਨ ਕਾਰਨ ਕੈਨੇਡਾ ਅਮਰੀਕਾ ਦੀ ਸਰਹੱਦ ਤੇ ਵਪਾਰ ਪ੍ਰਭਾਵਿਤ ਹੋਣ ਦਾ ਖਦਸ਼ਾ। ਅਮਰੀਕਾ ਵਿੱਚ 7 ਹਾਈ ਸਕੂਲਾਂ ਨੂੰ ਬੰਬ ਨਾਲ ਅੜਾਉਣ ਦੀ ਮਿਲੀ ਧਮਕੀ, ਕਰਵਾਏ ਗਏ ਖਾਲੀ। ਹਿੰਦ ਪ੍ਰਸ਼ਾਂਤ ਬੈਠਕ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੇ ਬਲਿੰਕਨ। 4 ਫਰਵਰੀ ਐਲਾਨਿਆ ਜਾ ਸਕਦਾ ਹੈ ਸਾਕਾ ਨਕੋਦਰ ਦਿਹਾੜਾ। ਯੂਐਸਏ ਵਿੱਚ ਇਹ ਮਤਾ ਪੇਸ਼। ਅਮਰੀਕੀ ਅਧਿਕਾਰੀਆਂ ਨੇ ਜਨਵਰੀ 'ਚ 2000 ਪਾਉਂਡ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਨੇ ਰੈਸਕਿਊ ਕਰ ਲਿਆ ਹੈ। ਡਗਜ਼ ਮੰਗਲਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਡਨਬਰ ਹਾਈ ਸਕੂਲ ਵਿੱਚ ਪੁੱਜੇ ਸੀ, ਜਿੱਥੇ ਉਹਨਾਂ ਐਫਰੋ ਅਮਰੀਕੀਆਂ ਨਾਲ ਜੁੜੇ ਬਲੈਕ ਹਿਸਟਰੀ ਮੰਥ ਦੇ ਜਸ਼ਨ ਵਿੱਚ ਸ਼ਾਮਲ ਹੋਣਾ ਸੀ। ਇਹ ਪ੍ਰੋਗਰਾਮ ਅਮਰੀਕੀ ਇਤਿਹਾਸ ਵਿੱਚ ਅਫਰੀਕਨਸ ਦੀ ਉਪਲਬਧੀਆਂ ਅਤੇ ਸੰਘਰਸ਼ਾਂ ਦੇ ਸਨਮਾਨ ਵਿੱਚ ਆਯੋਜਿਤ ਕੀਤਾ ਗਿਆ। ਅਮਰੀਕੀ ਉਪ ਰਾਸ਼ਟਰਪਤੀ ਦੇ ਪਤੀ ਦਾ ਆਫੀਸ਼ੀਅਲ ਟਾਈਟਲ ਸੈਕੰਡ ਜੈਂਟਲਮੈਨ ਦਾ ਹੁੰਦਾ ਹੈ, ਜਾਨੀ ਦੇਸ਼ ਦਾ ਦੂਜੇ ਨੰਬਰ ਦਾ ਨਾਗਰਿਕ। ਉਹਨਾਂ ਦੇ ਸਕੂਲ ਵਿੱਚ ਪੁੱਜਣ ਤੋਂ ਬਾਅਦ ਸਕੂਲ ਦੀ ਇਮਾਰਤ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪ੍ਰੋਗਰਾਮ ਵਿੱਚ ਮੌਜੂਦ ਹੋਰ ਲੋਕਾਂ ਨੂੰ ਵੀ ਤੁਰੰਤ ਬਿਲਡਿੰਗ ਖਾਲੀ ਕਰਨ ਲਈ ਕਿਹਾ ਗਿਆ। ਇਸ ਮਾਮਲੇ ਵਿੱਚ ਸਕੂਲ ਵੱਲੋਂ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਡਗਜ਼ ਦੀ ਸਪੋਕਸਪਰਸਨ ਕੇਟੀ ਪੀਟਰਸ ਨੇ ਜਾਣਕਾਰੀ ਦਿੱਤੀ ਹੈ ਕਿ ਸੈਕੰਡ ਜੈਂਟਲਮੈਨ ਸੁਰੱਖਿਅਤ ਨੇ। ਉਹਨਾਂ ਨੇ ਟਵੀਟ ਕਰਕੇ ਦੱਸਿਆ ਕਿ ਸੀਕ੍ਰੇਟ ਸਰਵਿਸ ਨੂੰ ਸਕੂਲ ਵਿੱਚ ਸੁਰੱਖਿਆ ਨੂੰ ਲੈ ਕੇ ਅਲਰਟ ਕੀਤਾ ਗਿਆ ਸੀ, ਜਿੱਥੇ ਗਰਲਜ਼ ਵਿਦਿਆਰਥੀ ਅਤੇ ਫੈਕਲਟੀ ਦੇ ਨਾਲ ਮੌਜੂਦ ਸੀ। ਉਦੋਂ ਹੀ ਖੂਫੀਆ ਸਰਵਿਸ ਦੇ ਏਜੰਟਾਂ ਨੇ ਮੌਕੇ ਤੇ ਪਹੁੰਚ ਕੇ ਡਗਜ਼ ਨੂੰ ਸਕੂਲ ਦੀ ਇਮਾਰਤ ਤੋਂ ਸੁਰੱਖਿਅਤ ਬਾਹਰ ਕੱਢ ਲਿਆ। ਪੀਟਰਸ ਨੇ ਅੱਗੇ ਦੱਸਿਆ ਕਿ ਗਰਲ ਸੁਰੱਖਿਅਤ ਨੇ ਅਤੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ। ਅਸੀਂ ਖੂਫੀਆ ਸਰਵਿਸ ਅਤੇ ਡੀਸੀ ਪੁਲਿਸ ਦੇ ਧੰਨਵਾਦੀ ਹਾਂ। ਦੱਸ ਦਈਏ ਕਿ ਕਮਲਾ ਅਮਰੀਕਾ ਦੀ ਉਪ ਰਾਸ਼ਟਰਪਤੀ ਹੈ। ਉਹ ਇਸ ਅਹੁਦੇ ਤੇ ਪਹਿਲੀ ਏਸ਼ੀਆਈ ਅਮਰੀਕੀ ਵੀ ਹੈ। ਉਹਨਾਂ ਦੇ ਪਤੀ ਗਰਲਜ਼ ਪੇਸ਼ੇ ਤੋਂ ਇੱਕ ਵਕੀਲ ਨੇ। ਉਹ ਵਾਈਟ ਹਾਊਸ ਦੇ ਏਜੰਡੇ ਨੂੰ ਬੜਾਵਾ ਦੇਣ ਦੇ ਲਈ ਅਕਸਰ ਇਕੱਲੇ ਜਾਂ ਹੈਰਿਸ ਦੇ ਨਾਲ ਯਾਤਰਾ ਕਰਦੇ ਨੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਨਾਲ ਨਜਿੱਠਣ ਲਈ ਦੇਸ਼ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਬੁੱਧਵਾਰ ਨੂੰ ਪਾਬੰਦੀਆਂ ਦੇ ਹੱਕ ਵਿੱਚ ਆਪਣਾ ਸਟੈਂਡ ਸਪਸ਼ਟ ਕੀਤਾ। ਕੋਵਿਡ-19 ਸੰਬੰਧੀ ਪਾਬੰਦੀਆਂ ਅਤੇ ਟੀਕਾਕਰਨ ਦੀਆਂ ਜ਼ਰੂਰਤਾਂ ਵਿਰੁੱਧ ਟਰੱਕ ਮਾਲਕਾਂ ਦੇ ਪ੍ਰਦਰਸ਼ਨ ਕਾਰਨ ਅਮਰੀਕਾ ਅਤੇ ਕੈਨੇਡਾ ਵਿਚਕਾਰ ਸਭ ਤੋਂ ਵਿਅਸਤ ਸਰਹੱਦ ਦੇ ਅਸ਼ੰਕ ਰੂਪ ਨਾਲ ਬੰਦ ਹੋਣ ਕਾਰਨ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਨੇ। ਟਰੂਡੋ ਨੇ ਓਟਾਵਾ ਵਿੱਚ ਸੰਸਦ ਵਿੱਚ ਕਿਹਾ, ਹਕੀਕਤ ਇਹ ਹੈ ਕਿ ਟੀਕਾਕਰਨ ਲਾਜ਼ਮੀ ਹੈ ਅਤੇ ਤੱਥ ਇਹ ਹੈ ਕਿ ਕੈਨੇਡਾ ਦੇ ਲਗਭਗ 90% ਲੋਕ ਟੀਕਾਕਰਨ ਕਰਵਾ ਰਹੇ ਨੇ ਤਾਂ ਕਿ ਯਕੀਨੀ ਕੀਤਾ ਜਾ ਸਕੇ ਕਿ ਵਿਸ਼ਵ ਵਿਆਪੀ ਮਹਾਮਾਰੀ ਦੁਨੀਆ ਵਿੱਚ ਕਿਤੇ ਵੀ ਕੈਨੇਡਾ ਦੀ ਤਰ੍ਹਾਂ ਭਿਆਨਕ ਰੂਪ ਨਾਲ ਨਾ ਫੈਲੇ। ਦੇਸ਼ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਕੋਵਿਡ-19 ਨਾਲ ਸੰਬੰਧਿਤ ਪਾਬੰਦੀਆਂ ਅਤੇ ਟਰੂਡੋ ਵਿਰੁੱਧ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਫੈਡਰਲ ਐਮਰਜੈਂਸੀ ਤਿਆਰੀ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਪ੍ਰਦਰਸ਼ਨ ਜ਼ਰੂਰੀ ਚੀਜ਼ਾਂ ਦੀ ਸਪਲਾਈ ਵਿੱਚ ਵਿਘਨ ਪਾ ਰਹੇ ਨੇ। ਕੋਵਿਡ-19 ਪਾਬੰਦੀਆਂ ਖਿਲਾਫ ਫਰੀडम ਟਰੱਕ ਕਾਫਲੇ ਪ੍ਰਦਰਸ਼ਨ ਤਹਿਤ ਪ੍ਰਦਰਸ਼ਨਕਾਰੀਆਂ ਨੇ ਓਟਾਵਾ ਵਿੱਚ ਸੈਂਕੜੇ ਟਰੱਕ ਖੜੇ ਕੀਤੇ ਨੇ। ਅੰਤਰਿਮ ਕੰਜ਼ਰਵੇਟਿਵ ਨੇਤਾ ਕੈਂਡਿਸ ਬਰਗੇਨ ਨੇ ਸੰਸਦ ਵਿੱਚ ਕਿਹਾ ਕਿ ਦੁਨੀਆ ਭਰ ਦੇ ਦੇਸ਼ ਪਾਬੰਦੀਆਂ ਹਟਾ ਰਹੇ ਨੇ ਅਤੇ ਕੈਨੇਡਾ ਦੇ ਕਈ ਸੂਬੇ ਵੀ ਅਜਿਹਾ ਕਰ ਰਹੇ ਨੇ। ਉਹਨਾਂ ਨੇ ਦੋਸ਼ ਲਗਾਇਆ ਕਿ ਟਰੂਡੋ ਹਮੇਸ਼ਾ ਲਈ ਗਲੋਬਲ ਮਹਾਮਾਰੀ ਨਾਲ ਜਿਉਣਾ ਚਾਹੁੰਦੇ ਹਨ। ਕੈਨੇਡੀਅਨ ਸੰਸਦ ਮੈਂਬਰਾਂ ਨੇ ਕੋਵਿਡ-19 ਸੰਬੰਧੀ ਪਾਬੰਦੀਆਂ ਅਤੇ ਟੀਕਾਕਰਨ ਦੀਆਂ ਜ਼ਰੂਰਤਾਂ ਵਿਰੁੱਧ ਟਰੱਕ ਮਾਲਕਾਂ ਦੇ ਪ੍ਰਦਰਸ਼ਨਾਂ ਕਾਰਨ ਅਮਰੀਕਾ ਅਤੇ ਕੈਨੇਡਾ ਦਰਮਿਆਨ ਸਭ ਤੋਂ ਵਿਅਸਤ ਸਰਹੱਦ ਦੇ ਅਸ਼ੰਕ ਰੂਪ ਨਾਲ ਬੰਦ ਹੋਣ ਕਾਰਨ ਆਰਥਿਕ ਨੁਕਸਾਨ ਦੀ ਚਿੰਤਾ ਜਤਾਈ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਸਿਊਨੋ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਦੇ ਮਿਸ਼ੀਗਨ ਵਿੱਚ ਡਿਟਰਾਇਟ ਅਤੇ ਕੈਨੇਡਾ ਦੇ ਓਨਟਾਰੀਓ ਵਿੱਚ ਵਿੰਡਸਰ ਵਿਚਕਾਰ ਬਣੇ ਐਂਬੈਸਡਰ ਬ੍ਰਿਜ ਤੇ ਆਵਾਜਾਈ ਬੰਦ ਹੋਣ ਕਾਰਨ ਵਾਹਨ ਕੈਨੇਡਾ ਵਿੱਚ ਦਾਖਲ ਨਹੀਂ ਹੋ ਪਾ ਰਹੇ, ਜਦੋਂ ਕਿ ਅਮਰੀਕਾ ਜਾਣ ਵਾਲੇ ਕੁਝ ਵਾਹਨ ਅਜੇ ਵੀ ਚੱਲ ਰਹੇ ਨੇ। ਉਹਨਾਂ ਨੇ ਇਸ ਪੁਲ ਨੂੰ ਸਰਹੱਦ ਪਾਰ ਜਾਣ ਵਾਲੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਮਾਰਗਾਂ ਵਿੱਚੋਂ ਇੱਕ ਦੱਸਿਆ। ਕੈਨੇਡਾ ਅਤੇ ਅਮਰੀਕਾ ਵਿਚਕਾਰ 25% ਵਪਾਰ ਸੰਬੰਧੀ ਆਵਾਜਾਈ ਇਸੇ ਪੁਲ ਰਾਹੀਂ ਹੁੰਦੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਬਰ ਨੇ ਕਿਹਾ ਕਿ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਆਰਥਿਕ ਅਤੇ ਸਪਲਾਈ ਚੇਨ ਤੇ ਗੰਭੀਰ ਅਸਰ ਪਏਗਾ ਅਤੇ ਚਿੰਤਾ ਦਾ ਕਾਰਨ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਸੰਸਦ ਵਿੱਚ ਐਮਰਜੈਂਸੀ ਬਹਿਸ ਦੌਰਾਨ ਕਿਹਾ ਕਿ ਪ੍ਰਦਰਸ਼ਨਕਾਰੀ ਸਾਡੀ ਆਰਥਿਕਤਾ, ਸਾਡੇ ਲੋਕਤੰਤਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਕੋਵਿਡ-19 ਪਾਬੰਦੀਆਂ ਖਿਲਾਫ ਫਰੀडम ਟਰੱਕ ਕਾਫਲੇ ਪ੍ਰਦਰਸ਼ਨ ਦੇ ਤਹਿਤ ਪ੍ਰਦਰਸ਼ਨਕਾਰੀਆਂ ਨੇ ਓਟਾਵਾ ਵਿੱਚ ਸੈਂਕੜੇ ਟਰੱਕ ਖੜੇ ਕੀਤੇ ਹਨ। ਟਰੂਡੋ ਦੇ ਬਿਆਨ ਤੋਂ ਬਾਅਦ ਟਰੱਕ ਮਾਲਕਾਂ ਦੇ ਬੁਲਾਰੇ ਟੌਮ ਮੈਰੋਜ਼ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੁਹਰਾਇਆ ਕਿ ਪ੍ਰਦਰਸ਼ਨਕਾਰੀ ਸਰਕਾਰ ਦਾ ਤਖਤਾ ਪਲਟਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਉਹ ਇਸ ਲਈ ਵਿਰੋਧੀ ਪਾਰਟੀਆਂ ਨੂੰ ਮਿਲਣ ਦੇ ਇੱਛੁਕ ਨੇ। 3 ਵਿਰੋਧੀ ਪਾਰਟੀਆਂ ਮਿਲ ਕੇ ਟਰੂਡੋ ਦੀ ਸਰਕਾਰ ਨੂੰ ਡੇਗ ਸਕਦੀਆਂ ਨੇ, ਪਰ ਅਜਿਹਾ ਹੋਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਵਿਰੋਧੀ ਪਾਰਟੀਆਂ ਨਿਊ ਡੈਮੋਕ੍ਰੇਟਸ ਅਤੇ ਬਲਾਕ ਕਿਊਬਕੋਇਜ਼ ਨੇ ਪ੍ਰਦਰਸ਼ਨ ਦੀ ਨਿੰਦਾ ਕੀਤੀ ਹੈ। ਵਾਸ਼ਿੰਗਟਨ ਡੀਸੀ ਵਿੱਚ 7 ਪਬਲਿਕ ਹਾਈ ਸਕੂਲ ਬੁੱਧਵਾਰ ਦੁਪਹਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਉਹਨਾਂ ਨੂੰ ਖਾਲੀ ਕਰਵਾ ਲਿਆ ਗਿਆ। ਹਾਲਾਂਕਿ ਪੁਲਿਸ ਨੇ ਕਿਤੇ ਵੀ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਨੇ ਘੋਸ਼ਣਾ ਕੀਤੀ ਹੈ ਕਿ 7 ਸਕੂਲਾਂ ਨੂੰ ਫੋਨ ਤੇ ਧਮਕੀ ਦਿੱਤੀ ਗਈ ਸੀ। ਐਮਪੀਡੀ ਨੇ ਟਵਿੱਟਰ ਤੇ ਦੱਸਿਆ ਕਿ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਇਮਾਰਤ ਦੀ ਤਲਾਸ਼ੀ ਲਈ ਗਈ। ਕੋਈ ਖਤਰਨਾਕ ਸਮੱਗਰੀ ਨਹੀਂ ਮਿਲੀ। ਇਹਨਾਂ ਤੋਂ ਇਲਾਵਾ ਇੱਕ ਹੋਰ ਸਕੂਲ ਫਰੈਂਡਸ਼ਿਪ ਪਬਲਿਕ ਚਾਰਟਰ ਸਕੂਲ ਨੂੰ ਵੀ ਧਮਕੀ ਮਿਲੀ, ਪਰ ਉਹ ਸਕੂਲ ਬੰਦ ਸੀ। ਇਸ ਤੋਂ ਇੱਕ ਦਿਨ ਪਹਿਲਾਂ ਡਨਵਰ ਹਾਈ ਸਕੂਲ ਵਿੱਚ ਬਲੈਕ ਹਿਸਟਰੀ ਮੰਥ ਪ੍ਰੋਗਰਾਮ ਦੌਰਾਨ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪ੍ਰੋਗਰਾਮ ਵਿੱਚ ਆਏ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗ ਨੂੰ ਜਲਦ ਉੱਥੋਂ ਬਾਹਰ ਕੱਢਿਆ ਗਿਆ ਸੀ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰਾਂ ਦੀਆਂ ਚੁਣੌਤੀਆਂ ਤੇ ਗੱਲਬਾਤ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਹੋਰ ਮਹੱਤਵਪੂਰਨ ਸਹਿਯੋਗੀ ਇੱਥੇ ਆ ਰਹੇ ਨੇ। ਗੌਰਤਲਬ ਹੈ ਕਿ ਯੂਕਰੇਨ ਵਿੱਚ ਰੂਸੀ ਘੁਸਪੈਠ ਕਾਰਨ ਪੈਦਾ ਹੋਏ ਡਰ ਦੇ ਮਾਹੌਲ ਵਿਚਕਾਰ ਆਸਟ੍ਰੇਲੀਆ ਵਿੱਚ ਇਹ ਬੈਠਕ ਹੋ ਰਹੀ ਹੈ। ਬਲਿੰਕਨ ਬੁੱਧਵਾਰ ਨੂੰ ਮੈਲਬੌਰਨ ਪਹੁੰਚੇ। ਇੱਥੇ ਉਹਨਾਂ ਦੀ ਮੁਲਾਕਾਤ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮੌਰਿਸ ਪਾਇਨੇ ਦੇ ਇਲਾਵਾ ਕਵਾਡ ਦੇ ਹੋਰ ਮੈਂਬਰਾਂ, ਭਾਰਤ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਵੀ ਹੋਣੀ ਹੈ। ਹਿੰਦ ਪ੍ਰਸ਼ਾਂਤ ਖੇਤਰ ਦੇ 4 ਲੋਕਤਾਂਤਰਿਕ ਦੇਸ਼ਾਂ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਵਿਚਕਾਰ ਇਹ ਚੌਥੀ ਮੰਤਰੀ ਪੱਧਰੀ ਬੈਠਕ ਹੈ। ਕਵਾਡ ਦਾ ਉਦੇਸ਼ ਚੀਨ ਦੀਆਂ ਵੱਧਦੀਆਂ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਉਣਾ। ਗੌਰਤਲਬ ਹੈ ਕਿ ਬਲਿੰਕਨ ਆਸਟ੍ਰੇਲੀਆ ਦੀ ਯਾਤਰਾ ਤੇ ਆਉਣ ਵਾਲੇ ਬਾਈਡਨ ਪ੍ਰਸ਼ਾਸਨ ਦੇ ਸੀਨੀਅਰ ਮੈਂਬਰਾਂ ਵਿੱਚੋਂ ਇੱਕ ਨੇ। ਯੂਕਰੇਨ ਨੂੰ ਲੈ ਕੇ ਵਾਸ਼ਿੰਗਟਨ ਅਤੇ ਮਾਸਕੋ ਵਿਚਕਾਰ ਵੱਧਦੇ ਤਣਾਅ ਵਿਚਕਾਰ ਇਹ ਬੈਠਕ ਹੋ ਰਹੀ ਹੈ। ਪਾਇਨੇ ਨੇ ਕਿਹਾ ਕਿ ਇਹ ਬੈਠਕ ਚੀਨ ਲਈ ਸੰਦੇਸ਼ ਹੈ ਕਿ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਅਮਰੀਕਾ ਲਈ ਮਹੱਤਵਪੂਰਨ ਚੁਣੌਤੀ ਬਣੀ ਹੋਈ ਹੈ। ਸਾਕਾ ਨਕੋਦਰ ਨੂੰ 36 ਸਾਲ ਬੀਤ ਚੁੱਕੇ ਨੇ, ਪਰ ਅੱਜ ਵੀ ਪੀੜਤ ਮਾਪਿਆਂ ਨੂੰ ਇਨਸਾਫ ਨਹੀਂ ਮਿਲ ਸਕਿਆ। ਇਸ ਘਟਨਾ ਦੌਰਾਨ 4 ਸਿੱਖ ਨੌਜਵਾਨ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਨ। ਇਨ੍ਹਾਂ 4 ਸਿੱਖ ਨੌਜਵਾਨਾਂ ਵਿੱਚੋਂ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੂੰ ਛੱਡ ਕੇ ਬਾਕੀ 3 ਨੌਜਵਾਨਾਂ ਦੇ ਮਾਪੇ ਇਸ ਫਾਨੀ ਦੁਨੀਆ ਤੋਂ ਜਾ ਚੁੱਕੇ ਨੇ। ਭਾਈ ਰਵਿੰਦਰ ਸਿੰਘ ਲਿੱਤਰਾਂ ਜੀ ਦੇ ਪਿਤਾ ਬਲਦੀਪ ਸਿੰਘ ਪਿਛਲੇ 36 ਸਾਲਾਂ ਤੋਂ ਸਾਕਾ ਨਕੋਦਰ ਦੇ ਇਨਸਾਫ ਲਈ ਮੰਗ ਕਰਦੇ ਨੇ। ਅਮਰੀਕਾ ਦੀ ਕਾਂਗਰਸ ਵੂਮਨ ਜ਼ੋਈ ਤੇ ਅੰਨਾ ਜੀ ਈਸ਼ੋ ਵੱਲੋਂ ਬਲਦੇਵ ਸਿੰਘ ਦੀ ਦਰਦ ਕਹਾਣੀ ਸੁਣ ਕੇ 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦੇਣ ਲਈ ਮਤਾ ਨੰਬਰ 908 ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ 4 ਫਰਵਰੀ 2022 ਨੂੰ ਦਰਜ ਕਰਵਾ ਦਿੱਤਾ ਹੈ। 4 ਫਰਵਰੀ 1986 ਨੂੰ ਭਾਰਤ ਦੇ ਪੰਜਾਬ ਸੂਬੇ ਦੀ ਨਕੋਦਰ ਸਬ ਡਿਵੀਜ਼ਨ ਵਿੱਚ ਰਾਜ ਪੁਲਿਸ ਦੁਆਰਾ 4 ਨਿਹੱਥੇ ਸਿੱਖ ਵਿਦਿਆਰਥੀ ਰਵਿੰਦਰ ਸਿੰਘ, ਬਲਦੀਪ ਸਿੰਘ, ਚਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਪੁਲਿਸ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਕੀਤੀ ਗੋਲਾਬਾਰੀ ਵਿੱਚ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਉਦੋਂ ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਮਾਪਿਆਂ ਨੂੰ ਸੌਂਪਣ ਦੀ ਥਾਂ ਅਣਪਛਾਤੀਆਂ ਦੱਸ ਕੇ ਸਾੜ ਦਿੱਤੀਆਂ ਸੀ, ਜਦਕਿ ਪੋਸਟਮਾਰਟਮ ਦੀਆਂ ਰਿਪੋਰਟਾਂ ਵਿੱਚ ਇਹਨਾਂ ਨੌਜਵਾਨਾਂ ਦੀ ਸਪਸ਼ਟ ਪਛਾਣ ਹੋ ਗਈ ਸੀ। ਇਹ ਨੌਜਵਾਨ ਸ਼ਾਂਤੀਪੂਰਨ 10 ਸਿੱਖ ਗੁਰੂਆਂ ਦੀ ਵੰਸ਼ ਤੋਂ ਬਾਅਦ ਸਾਰੇ ਸਿੱਖ ਦੁਆਰ ਅੰਤਿਮ ਸਰਵਉੱਚ ਅਤੇ ਜੀਵਤ ਗੁਰੂ ਮੰਨੇ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਿੱਚ ਹਿੱਸਾ ਲੈ ਰਹੇ ਸਨ। ਇਹ ਨੌਜਵਾਨ ਸ਼ਾਂਤੀਪੂਰਨ 10 ਸਿੱਖ ਗੁਰੂਆਂ ਦੀ ਵੰਸ਼ ਤੋਂ ਬਾਅਦ ਲੈ ਰਹੇ ਸਨ। ਮਤੇ ਵਿੱਚ ਕਿਹਾ ਗਿਆ ਹੈ ਕਿ ਅੱਜ ਤੱਕ ਇੱਕ ਵੀ ਦੋਸ਼ੀ ਨੂੰ ਨਿਆਂ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ। ਸੰਯੁਕਤ ਰਾਜ ਲੋਕਤੰਤਰ ਦਾ ਵਕੀਲ ਹੈ ਅਤੇ ਸਾਰੇ ਲੋਕਾਂ ਦੇ ਮਨੁੱਖੀ ਅਧਿਕਾਰ ਅਤੇ ਨਕੋਦਰ ਕਾਂਡ ਦੇ ਪੀੜਤਾਂ ਦੇ ਪਰਿਵਾਰਾਂ ਅਤੇ ਸਿੱਖ ਕੌਮ ਦੇ ਸੱਚ ਅਤੇ ਇਨਸਾਫ ਦੀ ਪ੍ਰਾਪਤੀ ਵਿੱਚ ਉਹਨਾਂ ਦੇ ਨਾਲ ਇਕਮੁੱਠਤਾ ਵਿੱਚ ਖੜੇ ਹਨ। ਅਮਰੀਕੀ ਸ਼ਹਿਰ ਲੂਇਸਵਿਲੇ ਵਿੱਚ ਅਧਿਕਾਰੀਆਂ ਨੇ ਜਨਵਰੀ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਤੋਂ ਆਏ 2000 ਪਾਉਂਡ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥਾਂ ਦੀਆਂ 300 ਖੇਪਾਂ ਜ਼ਬਤ ਕੀਤੀਆਂ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਮੰਗਲਵਾਰ ਨੂੰ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਅਮਰੀਕੀ ਸੂਬੇ ਕੋਟੈਂਕੀ ਦੇ ਲੂਇਸਵਿਲੇ ਵਿੱਚ ਕੁੱਲ 2079 ਪਾਉਂਡ
ਨਸ਼ੀਲੇ ਪਦਾਰਥਾਂ ਦੀਆਂ 282 ਖੇਪਾਂ ਜ਼ਬਤ ਕੀਤੀਆਂ। ਬਿਆਨ ਅਨੁਸਾਰ ਸੀਬੀਪੀ ਅਧਿਕਾਰੀਆਂ ਨੇ ਜਨਵਰੀ ਵਿੱਚ ਨਸ਼ੀਲੇ ਪਦਾਰਥਾਂ ਦੀਆਂ 282 ਖੇਪਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿੱਚ ਵੱਖ-ਵੱਖ ਨਸ਼ੀਲੇ ਪਦਾਰਥ ਸ਼ਾਮਲ ਨੇ। ਨਸ਼ੀਲੇ ਪਦਾਰਥ ਭਾਰਤ, ਯੂਕੇ, ਹਾਂਗਕਾਂਗ, ਮੈਕਸੀਕੋ ਅਤੇ ਕੈਨੇਡਾ ਤੋਂ ਆਏ ਸਨ। ਏਜੰਸੀ ਨੇ ਕਿਹਾ ਕਿ ਉਹਨਾਂ ਨੇ 1113 ਪੌਂਡ marijuana, 300 ਪੌਂਡ ਮੈਥਾਫੈਟਾਮਾਈਨ, 179 ਪੌਂਡ ਨਸ਼ੀਲੇ ਪਦਾਰਥ, 137 ਪੌਂਡ ਪੱਤਾ, 103 ਪੌਂਡ ਕੋਕੀਨ, 75 ਪੌਂਡ ਕੈਟਾਮਾਈਨ, 64 ਪੌਂਡ ਸਟੇਰਾਇਡ ਜ਼ਬਤ ਕੀਤੇ। ਭਾਰਤ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਬਾਰੇ ਵਧੇਰੇ ਜਾਣਕਾਰੀ ਲਈ ਪੀਟੀਆਈ ਵੱਲੋਂ ਸੰਪਰਕ ਕਰਨ ਤੇ ਸ਼ਿਕਾਗੋ ਫੀਲਡ ਦਫ਼ਤਰ ਦੇ ਇੱਕ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਪਬਲਿਕ ਅਫੇਅਰਸ ਦੇ ਅਧਿਕਾਰੀ ਨੇ ਕਿਹਾ ਕਿ ਉਹਨਾਂ ਕੋਲ ਭਾਰਤ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਦੀ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦਗੀ ਲੂਇਸਵਿਲੇ ਵਿੱਚ ਐਕਸਪ੍ਰੈਸ ਕੰਸਾਈਨਮੈਂਟ ਸੈਂਟਰ ਵਿੱਚ ਹੋਈ, ਜੋ ਕਿ ਸਮਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਇਹਨਾਂ ਖੇਪਾਂ ਨੂੰ ਜ਼ਬਤ ਕੀਤਾ ਗਿਆ ਕਿਉਂਕਿ ਇਹਨਾਂ ਨੂੰ ਕੰਪਨੀ ਰਾਹੀਂ ਕਿਤੇ ਲਿਜਾਇਆ ਜਾ ਰਿਹਾ। ਸੀਬੀਪੀ ਨੇ ਪਿਛਲੇ ਸਾਲ ਹਰ ਦਿਨ ਪੂਰੇ ਅਮਰੀਕਾ ਵਿੱਚ ਔਸਤਨ 4732 ਪੌਂਡ ਡਰੱਗਸ ਜ਼ਬਤ ਕੀਤੇ। ਹਿਊਸਟਨ ਵਿੱਚ ਸੜਕ ਤੇ ਹੋਈ ਗੋਲਾਬਾਰੀ ਵਿੱਚ ਇੱਕ 9 ਸਾਲ ਦੀ ਬੱਚੀ ਸਿਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਈ। ਪੁਲਿਸ ਨੂੰ ਸ਼ੱਕ ਹੈ ਕਿ ਮਾਮਲਾ ਸੜਕ ਤੇ ਹੋਏ ਝਗੜੇ ਨਾਲ ਸੰਬੰਧਿਤ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਰਾਤ 9 ਵਜੇ ਦੇ ਬਾਅਦ ਦੱਖਣੀ ਪੱਛਮੀ ਹਿਊਸਟਨ ਵਿੱਚ ਅੰਤਰਰਾਜੀ ਹਾਈਵੇ 69 ਤੇ ਵਾਪਰੀ। ਪੁਲਿਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਬੱਚੀ ਦਾ ਪਰਿਵਾਰ ਇੱਕ SUV ਵਿੱਚ ਸਵਾਰ ਸੀ, ਜੋ ਸੜਕ ਦੇ ਉਹਨਾਂ ਦੇ ਵਾਹਨਾਂ ਵਿਚਕਾਰ ਆ ਗਿਆ, ਜਿਨ੍ਹਾਂ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੇ ਦੌੜ ਲੱਗੀ ਸੀ। ਇਹਨਾਂ ਦੋ ਵਾਹਨਾਂ ਵਿੱਚੋਂ ਇੱਕ ਸਫੇਦ ਪਿਕਅਪ ਟਰੱਕ ਸੀ, ਜੋ ਕਈ ਵਾਰ SUV ਦੇ ਸਾਹਮਣੇ ਆਇਆ। ਪੁਲਿਸ ਨੇ ਦੱਸਿਆ ਕਿ ਟਰੱਕ ਵਿੱਚ ਸਵਾਰ ਕਿਸੇ ਵਿਅਕਤੀ ਨੇ SUV ਤੇ ਗੋਲੀਆਂ ਚਲਾਈਆਂ। ਇਸ ਵਿੱਚ ਬੱਚੀ ਜ਼ਖਮੀ ਹੋ ਗਈ। ਬੱਚੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਹੋਈ ਹੈ ਅਤੇ ਨਾ ਹੀ ਹੁਣ ਤੱਕ ਕੋਈ ਗ੍ਰਿਫਤਾਰੀ ਕੀਤੀ ਗਈ। ਵਾਸ਼ਿੰਗਟਨ ਡਲੇਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੈਗੇਜ ਬੈਲਟ ਨੇੜੇ ਬੇਹੋਸ਼ੀ ਦੀ ਹਾਲਤ ਵਿੱਚ ਵੀਲ ਚੇਅਰ ਤੇ ਪਾਈ ਗਈ 54 ਸਾਲ ਦੀ ਭਾਰਤੀ ਮਹਿਲਾ ਨੂੰ ਮੈਡੀਕਲ ਕਰਮੀਆਂ ਨੇ ਸਮਾਂ ਰਹਿੰਦੇ ਬਚਾ ਲਿਆ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਇਹ ਘਟਨਾ ਦੁਖਦ ਸੀ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਮਹਿਲਾ ਇੱਕ ਭਾਰਤੀ ਨਾਗਰਿਕ ਹੈ ਅਤੇ ਅਮਰੀਕਾ ਵਿੱਚ ਵੈਧ ਤਰੀਕੇ ਨਾਲ ਸਥਾਈ ਤੌਰ ਤੇ ਨਿਵਾਸ ਕਰ ਰਹੀ ਸੀ। ਵਿਭਾਗ ਨੇ ਕਿਹਾ ਕਿ ਮਹਿਲਾ ਦੋਹਾ ਕਤਰ ਤੋਂ 15 ਘੰਟੇ ਦੀ ਉਡਾਣ ਵਿੱਚ ਸਵਾਰ ਹੋ ਕੇ ਐਤਵਾਰ ਸ਼ਾਮ ਨੂੰ ਅੱਡੇ ਪਹੁੰਚੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੀਬੀਪੀ ਨੂੰ ਜਾਣਕਾਰੀ ਦਿੱਤੀ ਹੈ ਕਿ ਬੈਗੇਜ ਬੈਲਟ ਨੇੜੇ ਇੱਕ ਮਹਿਲਾ ਵੀਲ ਚੇਅਰ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਾਈ ਗਈ ਹੈ। ਸੰਘੀ ਏਜੰਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ 10 ਮਿੰਟ ਤੱਕ ਸੀਬੀਪੀ ਦੇ ਐਮਰਜੈਂਸੀ ਮੈਡੀਕਲ ਕਰਮੀਆਂ ਨੇ ਮਹਿਲਾ ਦੀ ਜਾਨ ਬਚਾਉਣ ਦੀ ਅਸਾਧਾਰਨ ਕੋਸ਼ਿਸ਼ ਕੀਤੀ। ਬਾਅਦ ਵਿੱਚ ਹਵਾਈ ਅੱਡੇ ਦੇ ਮੈਡੀਕਲ ਕਰਮੀਆਂ ਨੂੰ ਮਹਿਲਾ ਦੀ ਜਾਨ ਬਚਾਉਣ ਵਿੱਚ ਕਾਮਯਾਬੀ ਮਿਲੀ। ਮਹਿਲਾ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਤੋਂ ਪ੍ਰਾਪਤ ਸੂਚਨਾ ਮੁਤਾਬਕ ਮਹਿਲਾ ਖੁਦ ਤੋਂ ਸਾਹ ਲੈ ਰਹੀ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਇਸਲਾਮਾਬਾਦ ਦੇ ਚੀਨ ਅਤੇ ਅਮਰੀਕਾ ਦੋਨਾਂ ਨਾਲ ਚੰਗੇ ਸੰਬੰਧ ਨੇ ਅਤੇ ਉਹ ਇੱਕ ਹੋਰ ਠੰਡੀ ਜੰਗ ਨੂੰ ਟਾਲਣ ਲਈ 1970 ਦੇ ਦਹਾਕੇ ਅਹਿਮ ਕਿਰਦਾਰ ਨਿਭਾਉਣਾ ਚਾਹੁੰਦਾ ਹੈ, ਜਿਸ ਦੀ ਬਦੌਲਤ ਬੀਜਿੰਗ ਅਤੇ ਵਾਸ਼ਿੰਗਟਨ ਨੇੜੇ ਆਏ ਸਨ। ਅਮਰੀਕਾ ਤੇ ਚੀਨ ਦੇ ਰਿਸ਼ਤੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਨੇ। ਦੋਨਾਂ ਦੇਸ਼ਾਂ ਵਿਚਾਲੇ ਵਪਾਰ ਵਿਵਾਦਪੂਰਨ ਦੱਖਣੀ ਚੀਨ ਸਾਗਰ ਵਿੱਚ ਬੀਜਿੰਗ ਦੇ ਹਮਲਾਵਰ ਫੌਜੀ ਕਦਮ ਅਤੇ ਹਾਂਗਕਾਂਗ, ਤਿੱਬਤ ਅਤੇ ਸ਼ਿਨਜਿਆਂਗ ਖੇਤਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਮੇਤ ਵੱਖ-ਵੱਖ ਮੁੱਦਿਆਂ ਸੰਬੰਧੀ ਤਣਾਅ ਹੈ। ਐਸੋਸੀਏਟਿਡ ਪ੍ਰੈਸ ਆਫ ਪਾਕਿਸਤਾਨ ਨੇ ਮੰਗਲਵਾਰ ਨੂੰ ਦੱਸਿਆ ਕਿ ਇਮਰਾਨ ਨੇ ਚੀਨ ਦੇ ਸਰਕਾਰੀ ਨਿਊਜ਼ ਚੈਨਲ CGTN ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਹੈ ਕਿ ਦੁਨੀਆ ਨੂੰ ਅਜਿਹੀ ਸਥਿਤੀ 'ਚੋਂ ਨਹੀਂ ਲੰਘਣਾ ਚਾਹੀਦਾ ਜਿਸ ਵਿੱਚ ਉਹ ਦੋ ਖੇਮਿਆਂ ਵਿੱਚ ਵੰਡੇ ਜਾਣ, ਕਿਉਂਕਿ ਇਸ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਏਗਾ। ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ। ਇਸ ਤੇ ਸਭ ਤੋਂ ਮਾਰ ਚੱਲਣ ਵਾਲੇ ਮੁਲਕ ਅਮਰੀਕਾ ਵਿੱਚ ਹੁਣ ਤੱਕ 1.2 ਕਰੋੜ ਤੋਂ ਵੱਧ ਬੱਚੇ ਇਸ ਮਹਾਮਾਰੀ ਦੀ ਲਪੇਟ ਵਿੱਚ ਆ ਚੁੱਕੇ ਨੇ। ਦੇਸ਼ ਵਿੱਚ ਕੋਰੋਨਾ ਦੇ ਰੋਜ਼ਾਨਾ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਵਿੱਚ ਵਾਇਰਸ ਦਾ ਨਵਾਂ ਰੂਪ ਓਮਿਕਰੋਨ ਆਪਣੇ ਸਿਖਰ ਤੇ ਹੈ। ਦੇਸ਼ ਭਰ ਵਿੱਚ ਵਾਇਰਸ ਦੇ ਨਵੇਂ ਰੂਪਾਂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ। ਇਸ ਦੇ ਨਾਲ ਹੀ ਅਮਰੀਕਾ ਵਿੱਚ ਇਸ ਵਾਇਰਸ ਨਾਲ ਸੰਕਰਮਿਤ ਹੋਣ ਵਾਲੇ ਬੱਚਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ। ਰਿਪੋਰਟ ਦੇ ਅਨੁਸਾਰ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਅਤੇ ਚਿਲਡਰਨ ਹਸਪਤਾਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ 3 ਫਰਵਰੀ ਤੱਕ ਕੋਰੋਨਾ ਦੇ ਕੁੱਲ 12 ਮਿਲੀਅਨ ਮਾਮਲੇ ਸਾਹਮਣੇ ਆਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਕੋਵਿਡ-19 ਦੇ ਨਵੇਂ ਰੂਪ ਓਮਿਕਰੋਨ ਕਾਰਨ ਹੋਇਆ ਹੈ।
ਰਿਪੋਰਟ ਮੁਤਾਬਕ ਜਨਵਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਰੀਬ 42 ਲੱਖ ਬੱਚਿਆਂ ਦੇ ਮਾਮਲੇ ਸਾਹਮਣੇ ਆਏ। 3 ਫਰਵਰੀ ਨੂੰ ਖਤਮ ਹੋਏ ਹਫ਼ਤੇ ਦੌਰਾਨ ਲਗਭਗ 6,32,000 ਵਾਧੂ ਬੱਚੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਪਿਛਲੇ 2 ਹਫ਼ਤਿਆਂ ਵਿੱਚ 1.4 ਮਿਲੀਅਨ ਤੋਂ ਵੱਧ ਬੱਚੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ। ਕੈਨੇਡਾ ਦੀ ਟਰੂਡੋ ਸਰਕਾਰ ਨੇ ਕਿਹਾ ਕਿ ਸਾਡੀ ਸਰਕਾਰ ਨੇ ਕੋਰੋਨਾ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ ਤੇ ਕੁਝ ਢਿੱਲ ਜੋ ਪਹਿਲਾਂ ਤੋਂ ਹੀ ਦਿੱਤੀ ਗਈ ਹੈ ਤੇ ਬਾਕੀ ਸਾਰੀਆਂ ਪਾਬੰਦੀਆਂ 1 ਮਾਰਚ ਤੋਂ ਖਤਮ ਕਰ ਦਿੱਤੀਆਂ ਜਾਣਗੀਆਂ ਤੇ ਕਿਸੇ ਵੀ ਵਿਅਕਤੀ ਨੂੰ ਹੁਣ ਮਾਸਕ ਨਹੀਂ ਵਰਤਣਾ ਪਏਗਾ। ਇਹ ਵੀ ਪਤਾ ਲੱਗਾ ਹੈ ਕਿ ਜਿੱਥੇ ਕੈਨੇਡਾ ਸਰਕਾਰ 1 ਮਾਰਚ ਤੋਂ ਸਾਰੀਆਂ ਪਾਬੰਦੀਆਂ ਖਤਮ ਕਰਕੇ ਪਹਿਲਾਂ ਵਾਲਾ ਮਾਹੌਲ ਕਰਨਾ ਚਾਹੁੰਦੀ ਹੈ, ਉੱਥੇ ਕੈਨੇਡਾ ਸਰਕਾਰ ਕੈਨੇਡਾ ਦੀ ਸੈਰ ਕਰਨ ਦੀਆਂ ਵੀ ਸਾਰੀਆਂ ਸ਼ਰਤਾਂ ਖਤਮ ਕਰਕੇ ਲੋਕਾਂ ਨੂੰ ਕੈਨੇਡਾ ਆਉਣ ਦਾ ਸੱਦਾ ਦੇ ਰਹੀ ਹੈ। ਖਬਰ ਲਿਖੇ ਜਾਣ ਤੱਕ ਪਤਾ ਲੱਗਾ ਹੈ ਕਿ ਅਲਬਰਟਾ ਦੇ ਪ੍ਰੀਮੀਅਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਸਦੇ ਰਾਜ ਵਿੱਚ ਧਾਰਮਿਕ ਥਾਵਾਂ ਤੇ ਸਕੂਲ ਲਾਇਬ੍ਰੇਰੀ ਵਿੱਚ ਹੁਣ ਮਾਸਕ ਪਾ ਕੇ ਜਾਣਾ ਜ਼ਰੂਰੀ ਨਹੀਂ ਹੋਏਗਾ ਤੇ ਇਕੱਠ ਤੇ ਲੱਗੀ ਪਾਬੰਦੀ ਖਤਮ ਕਰ ਦਿੱਤੀ ਗਈ ਹੈ। ਗੁਰੂ ਘਰਾਂ ਵਿੱਚ ਰੌਣਕਾਂ ਪਹਿਲਾਂ ਵਾਂਗ ਲੱਗ ਸਕਦੀਆਂ ਨੇ ਤੇ ਬਜ਼ੁਰਗਾਂ ਲਈ ਬਣੀਆਂ ਥਾਵਾਂ ਵੀ ਖੋਲ੍ਹ ਦਿੱਤੀਆਂ ਗਈਆਂ ਨੇ। ਬ੍ਰਿਟੇਨ ਦੇ ਵਿਗਿਆਨੀਆਂ ਨੇ ਨਕਲੀ ਸੂਰਜ ਬਣਾਉਣ ਦੀ ਦਿਸ਼ਾ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬ੍ਰਿਟੇਨ ਦੇ ਵਿਗਿਆਨੀ ਸੂਰਜ ਦੀ ਤਕਨੀਕ ਤੇ ਨਿਊਕਲੀਅਰ ਫਿਊਜ਼ਨ ਕਰਨ ਵਾਲਾ ਰਿਐਕਟਰ ਬਣਾਉਣ ਵਿੱਚ ਕਾਮਯਾਬ ਹੋਏ ਜੋ ਅਥਾਹ ਊਰਜਾ ਛੱਡਦਾ ਹੈ। ਆਕਸਫੋਰਡ ਯੂਨੀਵਰਸਿਟੀ ਨੇੜੇ ਕੀਤੇ ਗਏ ਪ੍ਰਯੋਗ ਦੌਰਾਨ ਇਸ ਰਿਐਕਟਰ ਤੋਂ 59 ਮੈਗਾਜੂਲ ਊਰਜਾ ਨਿਕਲੀ ਜੋ ਕਿ ਦੁਨੀਆ 'ਚ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਊਰਜਾ ਦੀ ਇਸ ਮਾਤਰਾ ਨੂੰ ਪੈਦਾ ਕਰਨ ਦੇ ਲਈ 14 ਕਿਲੋ TNT ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਸ਼ਾਨਦਾਰ ਪ੍ਰੋਜੈਕਟ ਨੂੰ ਕੁਲਹਮ ਵਿੱਚ ਜੁਆਇੰਟ ਯੂਰੋਪੀਅਨ ਟੋਰਸ ਦੁਆਰਾ ਅੰਜਾਮ ਦਿੱਤਾ ਗਿਆ। ਵਿਗਿਆਨੀਆਂ ਦੀ ਇਸ ਪ੍ਰਾਪਤੀ ਨੂੰ ਮੀਲ ਪੱਥਰ ਦੱਸਿਆ ਜਾ ਰਿਹਾ। ਇਸ ਤਕਨੀਕ ਦੀ ਮਦਦ ਨਾਲ ਤਾਰਿਆਂ ਦੀ ਊਰਜਾ ਦੀ ਵਰਤੋਂ ਕੀਤੀ ਜਾਏਗੀ ਅਤੇ ਧਰਤੀ ਤੇ ਸਸਤੀ ਅਤੇ ਸਾਫ਼ ਊਰਜਾ ਪ੍ਰਾਪਤ ਕਰਨ ਦਾ ਰਸਤਾ ਸਾਫ਼ ਹੋ ਜਾਏਗਾ। ਪ੍ਰਯੋਗਸ਼ਾਲਾ ਨੇ 59 ਮੈਗਾਜੂਲ ਊਰਜਾ ਪੈਦਾ ਕਰਕੇ 1977 ਵਿੱਚ ਕਾਇਮ ਕੀਤਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਬ੍ਰਿਟੇਨ ਦੀ ਪਰਮਾਣੂ ਊਰਜਾ ਅਥਾਰਟੀ ਨੇ ਬੁੱਧਵਾਰ ਨੂੰ ਇਸ ਸਫਲ ਪ੍ਰਯੋਗ ਦਾ ਐਲਾਨ ਕੀਤਾ। ਏਜੰਸੀ ਨੇ ਕਿਹਾ ਕਿ 21 ਦਸੰਬਰ ਨੂੰ ਆਏ ਨਤੀਜੇ ਦੁਨੀਆ ਭਰ ਵਿੱਚ ਪਰਮਾਣੂ ਫਿਊਜ਼ਨ ਦੀ ਟੈਕਨੋਲੋਜੀ ਦੇ ਆਧਾਰ ਤੇ ਊਰਜਾ ਦੀ ਸੁਰੱਖਿਅਤ ਅਤੇ ਟਿਕਾਊ ਸਪਲਾਈ ਦੀ ਸੰਭਾਵਨਾ ਦਾ ਪ੍ਰਦਰਸ਼ਨ ਹੈ। ਬ੍ਰਿਟੇਨ ਦੇ ਵਿਗਿਆਨ ਮੰਤਰੀ ਜਾਰਜ ਫਰੀਮੈਨ ਨੇ ਇਸ ਨਤੀਜੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਮੀਲ ਦਾ ਪੱਥਰ ਦੱਸਿਆ ਹੈ। ਕੈਨੇਡਾ ਵਿੱਚ ਗਰੋਸਰੀ ਸਟੋਰ ਲੁੱਟਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ ਅਤੇ ਲੁਟੇਰਿਆਂ ਵੱਲੋਂ ਸਭ ਤੋਂ ਜ਼ਿਆਦਾ ਲੁੱਟੀ ਜਾਣ ਵਾਲੀ ਚੀਜ਼ ਮੀਟ ਦੱਸੀ ਜਾ ਰਹੀ ਹੈ। ਪਨੀਰ ਅਤੇ ਦਵਾਈਆਂ ਦੂਜੇ ਅਤੇ ਤੀਜੇ ਸਥਾਨ ਤੇ ਆਉਂਦੇ ਨੇ ਜਦਕਿ ਸ਼ਰਾਬ ਲੁੱਟਣ ਦੇ ਮਾਮਲਿਆਂ ਦੀ ਵੀ ਕੋਈ ਕਮੀ ਨਹੀਂ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਚੋਰੀ ਜਾਂ ਲੁੱਟ ਦੀਆਂ ਇਹ ਵਾਰਦਾਤਾਂ ਮਹਿੰਗਾਈ ਵਧਣ ਦਾ ਨਤੀਜਾ ਹਨ ਜਾਂ ਲੋਕ ਭੁੱਖ ਦਾ ਸ਼ਿਕਾਰ ਹੋ ਰਹੇ ਨੇ ਜਾਂ ਫਿਰ ਇਹਨਾਂ ਚੀਜ਼ਾਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ। ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਇੱਕ ਸਟੋਰ ਵਿੱਚ 20 ਸਾਲ ਦੀ ਲੜਕੀ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਨੇਹਾ ਸ਼ਰਮਾ ਨਾਮਕ ਦੋਸ਼ਣ ਨੂੰ ਗ੍ਰਿਫਤਾਰ ਕੀਤਾ। ਘਟਨਾ 7 ਫਰਵਰੀ ਨੂੰ ਅੱਧੀ ਰਾਤ ਮਗਰੋਂ ਵਾਪਰੀ ਸੀ ਜਿਸ ਦੀ ਜਾਂਚ ਜਾਰੀ ਹੈ ਅਤੇ ਚਾਕੂ ਨਾਲ ਜ਼ਖਮੀ ਹੋਈ ਕੁੜੀ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ। ਨਵਾਂ ਸਾਲ 2022 ਸ਼ੁਰੂ ਹੁੰਦੇ ਸਾਰ ਟੋਰਾਂਟੋ ਇਲਾਕੇ ਅਤੇ ਉਸਦੇ ਨੇੜਲੇ ਸ਼ਹਿਰਾਂ ਤੋਂ ਅਪਰਾਧਕ ਸਰਗਰਮੀਆਂ ਵਿੱਚ ਸ਼ਾਮਲ ਪੰਜਾਬੀਆਂ ਅਤੇ ਪੰਜਾਬਣਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਸਨ ਅਤੇ ਇਸ ਦੇ ਸਾਲ ਲੰਘੇ 40 ਦਿਨਾਂ ਦੌਰਾਨ ਅਲੱਗ-ਅਲੱਗ ਕੇਸਾਂ 'ਚ 40 ਦੇ ਕਰੀਬ ਸ਼ੱਕੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਨਾਜਾਇਜ਼ ਹਥਿਆਰਾਂ, ਨਸ਼ਿਆਂ, ਵਾਹਨ ਚੋਰੀਆਂ, ਲੁੱਟਾਂ, ਸਟੋਰਾਂ ਵਿੱਚ ਸਮਾਨ ਚੋਰੀ ਅਤੇ ਸ਼ਰਾਬੀ ਹੋ ਕੇ ਗੱਡੀ ਚਲਾਉਣ ਤੱਕ ਦੇ ਕੇਸ ਸ਼ਾਮਲ ਨੇ। ਬੀਤੇ ਸਾਲ ਨਾਲੋਂ ਇਸ ਸਾਲ ਕੈਨੇਡਾ ਵਿਖੇ ਪੰਜਾਬੀ ਮੂਲ ਦੇ ਅਪਰਾਧੀਆਂ ਤੇ ਅਪਰਾਧਣਾਂ ਦੀਆਂ ਗ੍ਰਿਫਤਾਰੀਆਂ ਲਗਭਗ ਦੁੱਗਣੀ ਗਿਣਤੀ 'ਚ ਹੋਣ ਦੀਆਂ ਖਬਰਾਂ ਨੇ। ਇਹ ਵੀ ਕਿ ਪੁਲਿਸ ਦੇ ਆਖੇ ਲੱਗ ਕੇ ਗੱਡੀ ਰੋਕਣ ਅਤੇ ਗ੍ਰਿਫਤਾਰੀ ਦੇਣ ਲਈ ਨਾ ਮੰਨਣ ਦਾ ਰੁਝਾਨ ਵੀ ਤੇਜ਼ ਹੋ ਚੁੱਕਾ ਹੈ ਜਿਸ ਕਰਕੇ ਅਕਸਰ ਸ਼ੱਕੀਆਂ ਨੂੰ ਪੁਲਿਸ ਵੱਲੋਂ ਆਪਣੀਆਂ ਗੱਡੀਆਂ ਉਹਨਾਂ ਦੇ ਮਗਰ ਲਗਾ ਕੇ ਜਾਂ ਪੈਦਲ ਭੱਜ ਕੇ ਕਾਬੂ ਕਰਨਾ ਪੈਂਦਾ ਹੈ ਜਿਸ ਵਿੱਚ ਅਕਸਰ ਕੁੱਤਿਆਂ ਦੀ ਮਦਦ ਵੀ ਲੈਣੀ ਪੈ ਜਾਂਦੀ ਹੈ। ਬੀਤੇ ਸਾਲ ਦੌਰਾਨ ਦੱਖਣੀ ਓਨਟਾਰੀਓ ਦੇ ਮੁੱਖ ਸ਼ਹਿਰ ਵਿੱਚ 80 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਸਨ। ਅਜਿਹੇ ਵਿੱਚ ਟੋਰਾਂਟੋ, ਬਰੈਂਪਟਨ, ਕੈਲਗਰੀ, ਲਾਗੇ ਔਰੇਂਜਵਿਲ ਅਤੇ ਹੋਰਨਾਂ ਸ਼ਹਿਰਾਂ ਵਿੱਚ ਸਥਿਤ ਅਦਾਲਤਾਂ ਵਿੱਚ ਤਰੀਕਾਂ ਭੁਗਤਣ ਪੁੱਜਦੇ ਪੰਜਾਬੀਆਂ ਸਮੇਤ ਭਾਰਤੀ ਮੂਲ ਦੇ ਲੋਕਾਂ ਦੀ ਹਾਜ਼ਰੀ ਬਣੀ ਰਹਿੰਦੀ ਹੈ ਅਤੇ ਸਮੇਂ ਦੇ ਚਲਦਿਆਂ ਇਹ ਗਿਣਤੀ ਵੱਧਦੀ ਹੀ ਰਹਿੰਦੀ ਹੈ। ontario ਪ੍ਰੋਵਿੰਸ਼ੀਅਲ ਪੁਲਿਸ ਨੇ ਬੀਤੇ ਦਿਨੀ ਬਰੈਂਪਟਨ ਨੇੜੇ ਕੈਲੈਂਡਨ ਪਿੰਡ ਤੋਂ ਮਨਜੀਤ ਔਲਖ ਤੇ ਮਨਜਿੰਦਰ ਗਿੱਲ ਸਮੇਤ 4 ਸ਼ਰਾਬੀ ਡਰਾਈਵਰ ਕਾਬੂ ਕੀਤੇ ਸਨ ਜਿਨ੍ਹਾਂ ਦੀਆਂ ਗੱਡੀਆਂ ਅਤੇ ਡਰਾਈਵਿੰਗ ਲਾਇਸੈਂਸ ਮੌਕੇ ਤੇ ਜ਼ਬਤ ਕਰਕੇ ਉਨ੍ਹਾਂ ਖਿਲਾਫ ਕ੍ਰਿਮੀਨਲ ਕੇਸ ਦਰਜ ਕੀਤੇ ਗਏ ਅਤੇ ਅਦਾਲਤ ਵਿੱਚ ਉਨ੍ਹਾਂ ਦੀਆਂ ਅਗਲੀਆਂ ਪੇਸ਼ੀਆਂ 21 ਅਪ੍ਰੈਲ ਨਿਰਧਾਰਤ ਕੀਤੀਆਂ ਗਈਆਂ। ਇਸੇ ਤਰ੍ਹਾਂ ਮਿਸੀਸਾਗਾ ਵਿੱਚ ਇੱਕ ਔਰਤ ਦੇ ਘਰੋਂ ਬੀਤੀ 4 ਫਰਵਰੀ ਨੂੰ ਸਵੇਰ ਸਾਰ ਕਾਰ ਚੋਰੀ ਕਰਨ ਦੇ ਦੋਸ਼ ਵਿੱਚ ਗੁਰਸਿਮਰਨਪ੍ਰੀਤ ਸਿੰਘ ਪੁਲਿਸ ਦੇ ਹੱਥ ਆਇਆ ਅਤੇ ਮੌਕੇ ਤੇ ਆਪਣੀ ਗੱਡੀ ਛੱਡ ਕੇ ਇੱਕ ਪੁਲਿਸ ਅਫਸਰ ਨੂੰ ਜ਼ਖਮੀ ਕਰਕੇ ਨੱਸਿਆ।
ਉਸਦੇ ਸਾਥੀ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਆਸਕਰ ਦਾ ਬੈਸਟ ਇੰਟਰਨੈਸ਼ਨਲ ਫੀਚਰ ਅਵਾਰਡ ਸ਼੍ਰੇਣੀ ਦੀਆਂ 5 ਫਿਲਮਾਂ ਦੀ ਸੂਚੀ ਵਿੱਚ ਭੂਟਾਨ ਦੀ ਫਿਲਮ ਲੂਨਾਨ ਏ ਯਾਕ ਇਨ ਦੀ ਕਲਾਸਰੂਮ ਨੇ ਇਸ ਸ਼੍ਰੇਣੀ ਵਿੱਚ ਪਹਿਲੀ ਵਾਰ ਨਾਮਜ਼ਦਗੀ ਹਾਸਲ ਕੀਤੀ ਹੈ। ਕੌਮਾਂਤਰੀ ਦੌੜ ਵਿੱਚ ਸ਼ਾਮਲ ਹੋਣ ਵਾਲੀ ਫਿਲਮ ਲੂਨਾਨਾ ਏ ਯਾਕ ਇਨ ਦਾ ਕਲਾਸਰੂਮ ਦੇ ਨਿਰਦੇਸ਼ਕ ਪਾਵੋ ਦੌਰਸੀ ਹਨ। ਇਸ ਸਾਲ ਬੈਸਟ ਇੰਟਰਨੈਸ਼ਨਲ ਫੀਚਰ ਫਿਲਮ ਲਈ ਨਾਮਜ਼ਦ ਹੋਈਆਂ ਹੋਰ ਫਿਲਮਾਂ ਵਿੱਚ ਜਾਪਾਨ ਦੀ ਡਰਾਈਵ ਮਾਈ ਕਾਰ, ਇਟਲੀ ਦੀ ਦਾ ਹੈਡ ਆਫ ਗॉड, ਡੈਨਮਾਰਕ ਦੀ ਫਲੀਆ ਅਤੇ ਨਾਰਵੇ ਦੀ ਦਾ ਵਰਸਟ ਪਰਸਨ ਇਨ ਦਾ ਵਰਲਡ ਸ਼ਾਮਲ ਹਨ। hollywoodreports.com ਦੀ ਰਿਪੋਰਟ ਅਨੁਸਾਰ ਦਾਅਵੇਦਾਰਾਂ ਵਿੱਚੋਂ ਨਾਰਵੇ ਇਕਲੌਤਾ ਦੇਸ਼ ਹੈ ਜਿਸ ਨੂੰ ਪਹਿਲਾਂ ਵੀ ਕਈ ਵਾਰ ਨਾਮਜ਼ਦ ਕੀਤਾ ਗਿਆ ਪਰ ਉਸਨੇ ਕਦੇ ਆਸਕਰ ਨਹੀਂ ਜਿੱਤਿਆ। ਲੂਨਾਨਾ ਏ ਯਾਕ ਇਨ ਦਾ ਕਲਾਸਰੂਮ ਵਿੱਚ ਮੁੱਖ ਤੌਰ ਤੇ ਗੈਰ ਪੇਸ਼ੇਵਰ ਲੋਕਾਂ ਨੇ ਭੂਮਿਕਾ ਨਿਭਾਈ ਹੈ ਜੋ ਇੱਕ ਹਿਮਾਲਿਅਨ ਪਿੰਡ ਵਿੱਚ ਰਹਿੰਦੇ ਨੇ ਜਿੱਥੇ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ। ਇਹ ਭੂਟਾਨ ਦੀ ਰਾਜਧਾਨੀ ਵਿੱਚ ਆਪਣੀ ਦਾਦੀ ਨਾਲ ਰਹਿ ਰਹੇ ਇੱਕ ਗਾਇਕ ਸ਼ਰਾਬ ਦੌਰਚੀ ਦੀ ਕਹਾਣੀ ਹੈ ਜਿਸ ਦਾ ਆਸਟ੍ਰੇਲੀਆ ਜਾਣ ਲਈ ਵੀਜ਼ਾ ਪ੍ਰਾਪਤ ਕਰਨ ਦਾ ਸੁਪਨਾ ਹੈ। ਜਦੋਂ ਉਸਨੇ ਸੁਪਰਵਾਈਜ਼ਰ ਨੇ ਦੇਖਿਆ ਕਿ ਉਹ ਕੰਮ ਤੇ ਢਿਲਮਿਟ ਕਰ ਰਿਹਾ ਹੈ ਤਾਂ ਉਸਦੀ ਬਦਲੀ ਲੂਨਾਨ ਨਾਂ ਦੇ ਦੂਰ ਦਰਾਡੇ ਪਿੰਡ ਵਿੱਚ ਹੋ ਜਾਂਦੀ ਹੈ। 94ਵਾਂ ਅਕੈਡਮੀ ਅਵਾਰਡ ਸਮਾਰੋਹ 27 ਮਾਰਚ ਨੂੰ ਹਾਲੀਵੁੱਡ ਦੇ ਡੋਲਬੀ ਥੀਏਟਰ ਵਿੱਚ ਹੋਏਗਾ। ਕਸਟਮ ਵਿਭਾਗ ਨੇ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਮੋਹਾਲੀ ਤੋਂ ਇੱਕ ਯਾਤਰੀ ਨੂੰ 2 ਕਿਲੋ 100 ਗ੍ਰਾਮ ਸੋਨੇ ਸਮੇਤ ਕਾਬੂ ਕੀਤਾ। ਇਸ ਸੋਨੇ ਦੀ ਕੀਮਤ 1 ਕਰੋੜ 3 ਲੱਖ ਰੁਪਏ ਦੱਸੀ ਜਾ ਰਹੀ ਹੈ। ਕਸਟਮ ਕਮਿਸ਼ਨਰ ਵਰਿੰਦਵਾ ਗੋਹਿਲ ਦੀ ਦੇਖ-ਰੇਖ ਹੇਠ ਕੀਤੀ ਗਈ ਇਸ ਕਾਰਵਾਈ ਵਿੱਚ ਮੋਹਾਲੀ ਹਵਾਈ ਅੱਡੇ ਤੇ ਚੈਕਿੰਗ ਦੌਰਾਨ ਇਹ ਸਫਲਤਾ ਹਾਸਲ ਹੋਈ। ਇਸ ਜ਼ਬਤ ਵਿਭਾਗ ਦੀ ਟੀਮ ਵੱਲੋਂ ਇੱਕ ਪੁਰਸ਼ ਯਾਤਰੀ ਦੇ ਸਮਾਨ ਦੀ ਸਕਰੀਨਿੰਗ ਦੌਰਾਨ ਕੀਤੀ ਗਈ। ਇਹ ਯਾਤਰੀ ਸ਼ਾਰਜਾਹ ਤੋਂ 에ਅਰ ਇੰਡੀਆ ਦੀ ਫਲਾਈਟ ਰਾਹੀਂ ਸਫ਼ਰ ਕਰਕੇ ਹਵਾਈ ਅੱਡੇ ਤੇ ਪਹੁੰਚਿਆ ਸੀ। ਜਦੋਂ ਵਿਭਾਗੀ ਅਧਿਕਾਰੀਆਂ ਨੂੰ ਸਮਾਨ ਦੀ ਸਕਰੀਨਿੰਗ ਦੌਰਾਨ ਸ਼ੱਕ ਹੋਇਆ ਤਾਂ ਸਮਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਹੈ ਕਿ 2100 ਗ੍ਰਾਮ ਸੋਨਾ ਜਿਸ ਦੀ ਕੀਮਤ ਕਰੀਬ 1 ਕਰੋੜ 3 ਲੱਖ ਰੁਪਏ ਬਣਦੀ ਹੈ ਬਿਨਾਂ ਡਿਊਟੀ ਦਿੱਤੇ ਤਸਕਰੀ ਦੇ ਰੂਪ ਵਿੱਚ ਲਿਆਂਦਾ ਗਿਆ। ਇਹ ਸੋਨਾ ਚਿੱਟੀ ਮੈਡੀਕਲ ਟੇਪ ਵਿੱਚ ਲਪੇਟ ਕੇ ਲਿਆਂਦਾ ਗਿਆ ਸੀ। ਯਾਤਰੀ ਨੂੰ ਕਸਟਮ ਐਕਟ 1962 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਵਿਭਾਗ ਵੱਲੋਂ ਗ੍ਰਿਫਤਾਰ ਯਾਤਰੀ ਦਾ ਨਾਂ ਅਤੇ ਪਤਾ ਜਨਤਕ ਨਹੀਂ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਜਾਂਚ ਜਾਰੀ ਹੈ। ਯਾਤਰੀਆਂ ਤੋਂ ਅਜੇ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ। ਜ਼ਿਕਰਯੋਗ ਹੈ ਕਿ ਤਸਕਰੀ ਨੂੰ ਰੋਕਣ ਲਈ ਪਿਛਲੇ 1 ਮਹੀਨੇ ਤੋਂ ਚੰਡੀਗੜ੍ਹ 에ਅਰਪੋਰਟ ਤੇ ਲੁਧਿਆਣਾ ਕਸਟਮ ਸਟਾਫ ਤਾਇਨਾਤ ਹੈ। ਇਸ ਤੋਂ ਪਹਿਲਾਂ 28 ਜਨਵਰੀ ਨੂੰ ਵੀ 11 ਲੱਖ ਰੁਪਏ ਦਾ ਸੋਨਾ, 4 ਜਨਵਰੀ ਨੂੰ ਇੱਕ ਔਰਤ ਕੋਲੋਂ 4.5 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ। ਵਿਭਾਗ ਅਨੁਸਾਰ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਇਸ ਸੰਬੰਧੀ ਵਿਭਾਗ ਦੀਆਂ ਟੀਮਾਂ ਚੌਕਸ ਹਨ ਤੇ ਸਕਰੀਨਿੰਗ ਦੌਰਾਨ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨੂ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।